ਮੁੱਢਲਾ ਜੀਵਨ। ਭਾਈ ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਸੱਦੇ ਪਤੀ ਦੇ ਸਰਦਾਰ ਬਦਨ ਸਿੰਘ ਦੇ ਖਾਨਦਾਨ ਵਿੱਚ ਹੋਇਆ। ਉਸ ਦੀ ਮਾਤਾ ਦਾ ਨਾਂ ਸਾਹਿਬ ਕੌਰ, ਪਿੰਡ ਮਹੌਲੀ, ਜ਼ਿਲ੍ਹਾ ਸੰਗਰੂਰ, ਤੇ ਪਿਤਾ ਦਾ ਨਾਂ ਸਰਦਾਰ ਮੰਗਲ ਸਿੰਘ ਸੀ। ਸਰਦਾਰ ਮੰਗਲ ਸਿੰਘ ਸਰਦਾਰ ਬਦਨ ਸਿੰਘ ਦਾ ਜੇਠਾ ਪੁੱਤਰ ਸੀ। ਕਰਤਾਰ ਸਿੰਘ ਦੀ ਵੱਡੀ ਭੈਣ, ਜਿਸ ਦਾ ਨਾਂ ਧਨ ਕੌਰ ਸੀ, ਉਸ ਦਾ ਵਿਆਹ ਪਿੰਡ ਰਾਜੋਆਣਾ ਦੇ ਸਰਦਾਰ ਹੁਕਮ ਸਿੰਘ ਨਾਲ ਹੋਇਆ। ਬੀਬੀ ਧਨ ਕੌਰ ਦੀ ਕੁੱਖ ਤੋਂ 3 ਬੀਬੀਆਂ ਤੇ ਇੱਕ ਕਾਕਾ ਸਰਦਾਰ ਬਚਨ ਸਿੰਘ ਪੈਦਾ ਹੋਏ। ਜਦ ਲੁਧਿਆਣੇ 5 ਮਾਰਚ 1957 ਨੂੰ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਭਾਈ ਕਰਤਾਰ ਸਿੰਘ ਸਰਾਭਾ ਦੇ ਬੁੱਤ ਦਾ ਉਦਘਾਟਨ ਕੀਤਾ ਤਾਂ ਬੀਬੀ ਧਨ ਕੌਰ ਨੇ ਉੱਥੇ ਆਪਣੇ ਛੋਟੇ ਵੀਰੇ ਦੀ ਯਾਦ ਵਿੱਚ ਬਹੁਤ ਭਾਵਭਿੰਨੀ ਤਕਰੀਰ ਕੀਤੀ ਸੀ। ਪੰਜਾਬ ਸਰਕਾਰ ਨੇ ਬੀਬੀ ਨੂੰ ਸਿਰਫ 15 ਰੁਪਏ ਮਹੀਨਾ ਪੈਨਸ਼ਨ ਦੇਣ ਦਾ ਐਲਾਨ ਕੀਤਾ ਸੀ। ਬੀਬੀ ਜੀ ਦਸੰਬਰ 1961 ਨੂੰ ਅਕਾਲ ਚਲਾਣਾ ਕਰ ਗਏ ਸੀ। ਕਰਤਾਰ ਸਿੰਘ ਅਜੇ ਮਸਾਂ 5 ਸਾਲਾਂ ਦਾ ਸੀ ਜਦੋਂ ਬਦਕਿਸਮਤੀ ਨਾਲ ਉਸ ਦੇ ਪਿਤਾ ਜੀ 1901 ਈਸਵੀ ਵਿੱਚ ਸਵਰਗਵਾਸ ਹੋ ਗਏ। ਪਿਤਾ ਜੀ ਦੀ ਮੌਤ ਦੇ 7 ਸਾਲਾਂ ਦੇ ਵਕਫੇ ਬਾਅਦ ਉਸ ਦੇ ਮਾਤਾ ਜੀ ਦੀ ਬਿਮਾਰੀ ਦੀ ਵਜ੍ਹਾ ਕਰਕੇ ਸਦੀਵੀ ਵਿਛੋੜਾ ਦੇ ਗਏ। ਮਾਂ ਤੇ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਣ ਦੇ ਬਾਅਦ ਕਰਤਾਰ ਸਿੰਘ ਦੇ ਦਾਦੇ ਸਰਦਾਰ ਬਦਨ ਸਿੰਘ ਨੇ ਆਪਣੇ ਪੋਤਰੇ ਨੂੰ ਪੂਰੇ ਲਾਡ ਪਿਆਰ ਨਾਲ ਪਾਲਿਆ ਅਤੇ ਉਸ ਅੰਦਰ ਉੱਤਮ ਇਨਸਾਨੀ ਗੁਣ ਭਰਨ ਦਾ ਉਚੇਚਾ ਧਿਆਨ ਦਿੱਤਾ। ਡਾਇਰੈਕਟਰੀ ਆਫ ਦਾ ਗਦਰ ਮੂਵਮੈਂਟ ਨਾਮੀ ਸਰਕਾਰੀ ਦਸਤਾਵੇਜ਼ ਵਿੱਚ ਸਰਦਾਰ ਬਦਨ ਸਿੰਘ ਬਾਰੇ ਇਹ ਦਰਜ ਹੈ: ਪਿੰਡ ਸਰਾਭਾ, ਜ਼ਿਲ੍ਹੇ ਲੁਧਿਆਣਾ ਦਾ ਬਦਨ ਸਿੰਘ ਕਰਤਾਰ ਸਿੰਘ ਦਾ ਦਾਦਾ ਹੈ। ਉਹ ਇਨਕਲਾਬੀ ਲਹਿਰ ਦਾ ਹਮਦਰਦ ਹੈ ਅਤੇ ਕਿਹਾ ਜਾਂਦਾ ਹੈ ਕਿ ਉਸ ਨੇ ਹੀ ਆਪਣੇ ਪੋਤਰੇ ਨੂੰ ਖੁੱਲ੍ਹੀ ਹਿੰਸਾ ਲਈ ਉਕਸਾਇਆ ਸੀ। ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਸਰਦਾਰ ਬਦਨ ਸਿੰਘ ਗੁਰਸਿੱਖ ਹੋਣ ਦੇ ਨਾਤੇ ਸਿੱਖ ਆਦਰਸ਼ਾਂ ਵਿੱਚ ਨਿਸ਼ਠਾ ਰੱਖਦਾ ਸੀ ਅਤੇ ਕੁਦਰਤੀ ਤੌਰ ਤੇ ਉਸ ਨੇ ਕਰਤਾਰ ਸਿੰਘ ਨੂੰ ਬਚਪਨ ਵਿੱਚ ਇਹਨਾਂ ਆਦਰਸ਼ਾਂ ਦੀ ਪਾਣ ਚਾੜ ਦਿੱਤੀ ਸੀ। ਕਰਤਾਰ ਸਿੰਘ ਦੀ ਮਾਤਾ ਜੀ ਦਾ ਨਾਮ ਸਾਹਿਬ ਕੌਰ ਹੋਣਾ ਉਸ ਦੇ ਨਾਨਕੇ ਪਰਿਵਾਰ ਦੇ ਸਿੱਖੀ ਪਿਆਰ ਵਿੱਚ ਰੰਗੇ ਹੋਣ ਦੀ ਸ਼ਾਹਦੀ ਭਰਦਾ ਹੈ। ਗੁਰਸਿੱਖ ਪਰਿਵਾਰ ਵਿੱਚ ਜਨਮੇ ਤੇ ਧਾਰਮਿਕ ਮਾਹੌਲ ਵਿੱਚ ਵੱਡੇ ਹੋਏ ਬੱਚੇ ਦੇ ਮਨ ਅੰਦਰ ਸਹਿਜ ਭਾਅ ਹੀ ਧਾਰਮਿਕ ਪਿਆਰ ਤੇ ਸ਼ਰਧਾ ਦੇ ਬੀਜ ਬੀਜੇ ਜਾਂਦੇ ਹਨ, ਜਿਹੜੇ ਯੋਗ ਮੌਕੇ ਤੇ ਪੁੰਗਰ ਲੈਂਦੇ ਹਨ। 1 ਸਦੀ ਪਹਿਲਾਂ, ਜਦੋਂ ਅਜੇ ਸਾਡੇ ਸਮਾਜ ਅੰਦਰ ਆਧੁਨਿਕ ਵਿਚਾਰਾਂ ਦਾ ਬੋਲਬਾਲਾ ਨਹੀਂ ਸੀ ਹੋਇਆ ਅਤੇ ਸਿੱਖ ਮਾਪਿਆਂ ਦੇ ਮਨ ਵਿਗਿਆਨਵਾਦ ਤੇ ਤਰਕਸ਼ੀਲਤਾ ਦੀ ਲਾਗ ਤੋਂ ਸਰਖਰੂ ਸਨ, ਉਦੋਂ ਬੱਚੇ ਦਾਦੇ ਦਾਦੀਆਂ ਕੋਲੋਂ ਗੁਰੂਆਂ ਬਾਰੇ ਸਾਖੀਆਂ ਸੁਣ ਕੇ ਅਤੇ ਗੁਰਪੁਰਬਾਂ ਮੌਕੇ ਸੱਜਣ ਵਾਲੇ ਦੀਵਾਨਾਂ ਚੋਂ ਵੀਰ ਗਥਾਵਾਂ ਸਰਵਣ ਕਰਕੇ ਸਿੱਖ ਜੁਝਾਰੂ ਵਿਰਸੇ ਤੋਂ ਸਹਿਜ ਭਾਅ ਹੀ ਜਾਣੂ ਹੋ ਜਾਂਦੇ ਸਨ। ਇਸ ਤਰ੍ਹਾਂ ਉਹਨਾਂ ਅੰਦਰ ਸਿੱਖ ਸੰਸਕਾਰਾਂ ਦੀ ਮਜ਼ਬੂਤ ਬੁਨਿਆਦ ਟਿਕ ਜਾਂਦੀ ਸੀ। ਸਰਦਾਰ ਬਦਨ ਸਿੰਘ ਦਾ ਪਰਿਵਾਰ ਚੰਗਾ ਸਰਦਾ ਪੁੱਜਦਾ ਤੇ ਪੜ੍ਹਿਆ ਲਿਖਿਆ ਸੀ। ਪੰਜਾਬ ਵਿੱਚ ਖਾਲਸਾ ਰਾਜ ਦਾ ਅੰਤ ਹੋਣ ਤੋਂ ਬਹੁਤ ਚਿਰ ਪਹਿਲਾਂ ਹੀ ਅੰਗਰੇਜ਼ਾਂ ਨੇ ਆਪਣੇ ਰਾਜ ਦੀ ਹੱਦ ਸਤਲੁਜ ਦਰਿਆ ਤੱਕ ਵਧਾ ਲਈ ਸੀ। ਬਸਤੀਵਾਦੀ ਹਾਕਮਾਂ ਨੇ ਯੁੱਧਨੀਗਤ ਖਿਆਲ ਨਾਲ ਲੁਧਿਆਣੇ ਫੌਜੀ ਛਾਉਣੀ ਕਾਇਮ ਕਰ ਲਈ ਸੀ। ਇਸ ਦੇ ਨਾਲ ਹੀ ਈਸਾਈ ਮਿਸ਼ਨਰੀਆਂ ਨੇ ਆਪਣੇ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਸਨ। ਈਸਾਈ ਮਤ ਦੇ ਪ੍ਰਚਾਰ ਲਈ ਉਹਨਾਂ ਨੇ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦਿੱਤਾ। ਗੁਰਮੁਖੀ ਦਾ ਛਾਪਾਖਾਨਾ ਲੁਧਿਆਣੇ ਸਥਾਪਿਤ ਕੀਤਾ ਗਿਆ। ਈਸਾਈ ਮਿਸ਼ਨਰੀਆਂ ਨੇ ਪੰਜਾਬੀ ਦੀ ਵਿਆਕਰਨ ਛਾਪੀ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਪ੍ਰਚਾਰ ਸਮੱਗਰੀ ਛਾਪ ਕੇ ਵੰਡਣੀ ਸ਼ੁਰੂ ਕੀਤੀ। ਅੰਗਰੇਜ਼ ਸਰਕਾਰ ਨੇ ਆਪਣੀਆਂ ਬਸਤੀਵਾਦੀ ਪ੍ਰਬੰਧਕੀ ਲੋੜਾਂ ਪੂਰਾ ਕਰਨ ਲਈ ਦੇਸੀ ਵੰਸ਼ੋਂ ਵਿੱਚ ਇੱਕ ਪੜ੍ਹਿਆ ਲਿਖਿਆ ਵਰਗ ਪੈਦਾ ਕਰਨ ਦੀ ਯੁੱਧਨੀਅਤ ਤੱਕ ਪਹੁੰਚ ਲਾਈ ਸੀ। ਉਹਨਾਂ ਨੇ 19ਵੀਂ ਸਦੀ ਦੇ ਦੂਸਰੇ ਅੱਧ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤੱਕ ਅਲੱਗ-ਅਲੱਗ ਦਰਜੇ ਦੇ ਸਕੂਲ ਖੋਲ੍ਹ ਦਿੱਤੇ ਸਨ। ਲੁਧਿਆਣਾ ਵਿੱਚ ਸਭ ਤੋਂ ਪਹਿਲਾਂ ਮਿਸ਼ਨ ਹਾਈ ਸਕੂਲ ਬਣਿਆ। ਇਸ ਤਰ੍ਹਾਂ ਲੁਧਿਆਣਾ ਸ਼ਹਿਰ ਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚੋਂ ਕਾਫੀ ਲੋਕ ਪੜ੍ਹ ਲਿਖ ਕੇ ਚੰਗੇ ਸਰਕਾਰੀ ਅਹੁਦਿਆਂ ਤੇ ਪਹੁੰਚ ਗਏ ਸਨ। ਕਈਆਂ ਨੇ ਸਰਕਾਰੀ, ਠੇਕੇਦਾਰੀ ਜਾਂ ਹੋਰਨਾਂ ਕਾਰੋਬਾਰਾਂ ਵਿੱਚੋਂ ਚੋਖੀਆਂ ਕਮਾਈਆਂ ਕਰ ਲਈਆਂ ਸਨ। ਭਾਈ ਕਰਤਾਰ ਸਿੰਘ ਦੇ 3 ਚਾਚੇ ਸਨ: ਬਿਸ਼ਨ ਸਿੰਘ, ਸਰਦਾਰ ਬਿਸ਼ਨ ਸਿੰਘ, ਡਾਕਟਰ ਵੀਰ ਸਿੰਘ ਤੇ
ਸਰਦਾਰ ਬਖਸ਼ੀਸ਼ ਸਿੰਘ ਪੜ੍ਹੇ ਲਿਖੇ ਤੇ ਸਰਕਾਰੀ ਨੌਕਰ ਸਨ। ਇਸ ਕਰਕੇ ਕਰਤਾਰ ਸਿੰਘ ਦੇ ਦਾਦੇ ਸਮੇਤ ਉਸ ਦੇ ਚਾਚਿਆਂ ਦੀ ਇਹ ਤਮੰਨਾ ਸੀ ਕਿ ਉਹ ਵੀ ਪੜ੍ਹ ਲਿਖ ਕਿਸੇ ਚੰਗੇ ਸਰਕਾਰੀ ਅਹੁਦੇ ਉੱਤੇ ਪਹੁੰਚੇ, ਖੇਤੀਬਾੜੀ ਵਿੱਚ ਨਾ ਪਵੇ। ਦਾਦਾ ਜੀ ਦੀ ਮੁੱਢ ਤੋਂ ਹੀ ਕਰਤਾਰ ਸਿੰਘ ਦੇ ਮਨ ਅੰਦਰ ਖੇਤੀਬਾੜੀ ਕਰਨ ਨਾਲੋਂ ਪੜ੍ਹਨ ਦੀ ਰੁਚੀ ਤੇ ਲਗਨ ਪੈਦਾ ਕਰਨ ਵੱਲ ਉਚੇਚਾ ਧਿਆਨ ਦਿੱਤਾ। ਮੁੱਢਲੀ ਪੜ੍ਹਾਈ। ਉਸ ਵਕਤ ਸਰਾਭਾ ਪਿੰਡ ਅੰਦਰ ਪ੍ਰਾਇਮਰੀ ਤੱਕ ਦਾ ਹੀ ਸਕੂਲ ਸੀ। ਇਸ ਕਰਕੇ ਬਾਲ ਕਰਤਾਰ ਸਿੰਘ ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਹ ਕਿਹੜੇ ਸਕੂਲਾਂ ਵਿੱਚੋਂ ਪੜ੍ਹਿਆ, ਇਸ ਬਾਰੇ ਪੂਰੀ ਸਹੀ ਜਾਣਕਾਰੀ ਨਹੀਂ ਮਿਲਦੀ। ਅਲੱਗ-ਅਲੱਗ ਸੂਤਰਾਂ ਤੋਂ ਮਿਲਦੀ ਜਾਣਕਾਰੀ ਕਾਫੀ ਸਵੈ ਵਿਰੋਧੀ ਤੋਂ ਉਲਝਣਾ ਭਰੀ ਹੈ। ਕਿਸੇ ਵੀ ਸਕੂਲ ਤੋਂ ਕੋਈ ਪ੍ਰਮਾਣਿਕ ਸਬੂਤ ਨਾ ਮਿਲਣ ਕਰਕੇ ਪੂਰੇ ਯਕੀਨ ਨਾਲ ਕੁਝ ਵੀ ਕਹਿਣਾ ਸੰਭਵ ਨਹੀਂ ਹੈ। ਫਿਰ ਵੀ ਕੁਝ ਤੱਥ ਅਜਿਹੇ ਹਨ ਜਿਨ੍ਹਾਂ ਨੂੰ ਕਿੰਤੂ ਰਹਿਤ ਮੰਨਿਆ ਜਾ ਸਕਦਾ ਹੈ। ਸਰਾਭਾ ਪਿੰਡ ਤੋਂ 3 ਮੀਲ ਦੇ ਫਾਸਲੇ ਨਾਲ ਪਿੰਡ ਗੁਜਰਵਾਲ ਵਿੱਚ ਉਸ ਵੇਲੇ ਮਿਡਲ ਸਕੂਲ ਸੀ। ਬਹੁਤ ਸਾਰੀਆਂ ਥਾਵਾਂ ਤੇ ਇਹ ਜ਼ਿਕਰ ਆਉਂਦਾ ਹੈ ਕਿ ਬਾਲ ਕਰਤਾਰ ਸਿੰਘ ਪ੍ਰਾਇਮਰੀ ਪਾਸ ਕਰਨ ਉਪਰੰਤ ਗੁਜਰਵਾਲ ਦੇ ਮਿਡਲ ਸਕੂਲ ਵਿੱਚ ਪੜ੍ਹਨੇ ਪੈ ਗਿਆ ਸੀ। ਉੱਥੇ ਉਹ ਕਿੰਨਾ ਚਿਰ ਪੜ੍ਹਿਆ, ਇਸ ਬਾਰੇ ਕਾਫੀ ਅਲੱਗ-ਅਲੱਗ ਰਾਵਾਂ ਹਨ। ਕਈਆਂ ਮੁਤਾਬਕ ਉਸਨੇ ਗੁਜਰਵਾਲ ਦੇ ਸਕੂਲ ਤੋਂ 8ਵੀਂ ਜਮਾਤ ਪਾਸ ਕੀਤੀ, ਪਰ ਕਰਤਾਰ ਸਿੰਘ ਸਰਾਭਾ ਦੇ ਸਮਕਾਲੀ ਤੇ ਗਵਾਂਢੀ ਪਿੰਡ ਨਾਰੰਗਵਾਲ ਦੇ ਗਿਆਨੀ ਨਾਹਰ ਸਿੰਘ ਦੇ ਲਿਖਣ ਅਨੁਸਾਰ ਉਹ ਪ੍ਰਾਇਮਰੀ ਪਾਸ ਕਰਕੇ ਹੀ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਦਾਖਲਾ ਹੋ ਗਿਆ ਸੀ ਅਤੇ ਉਸਨੇ 8ਵੀਂ ਜਮਾਤ ਉੱਥੋਂ ਪਾਸ ਕੀਤੀ ਸੀ ਅਤੇ ਇਸ ਤੋਂ ਬਾਅਦ ਉਹ ਮਿਸ਼ਨ ਸਕੂਲ ਵਿੱਚ ਪੜ੍ਹਨੇ ਪੈ ਗਿਆ ਸੀ। ਪਰ ਕੁਝ ਲਿਖਤਾਂ ਵਿੱਚ ਮਿਸ਼ਨ ਸਕੂਲ ਦੀ ਥਾਵੇਂ ਆਰਿਆ ਸਕੂਲ ਤੇ ਕੁਝ ਵਿੱਚ ਇਸਲਾਮੀਆ ਸਕੂਲ ਵਿੱਚ ਲਿਖਿਆ ਮਿਲਦਾ ਹੈ। ਜ਼ਿਆਦਾਤਰ ਲਿਖਤਾਂ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਜਦੋਂ ਉਹ 7ਵੀਂ ਜਮਾਤ ਵਿੱਚ ਹੋ ਗਿਆ ਸੀ ਤਾਂ ਉਸ ਦੇ ਚੰਚਲ ਮਨ ਅੰਦਰ ਇਹ ਫੁਰਨਾ ਆਇਆ ਕਿ ਕੱਲੀ ਜਮਾਤ ਪਾਸ ਕਰਨ ਦੀ ਥਾਵੇਂ ਕਿਉਂ ਨਾ ਛਾਲ ਮਾਰ ਕੇ 2 ਜਮਾਤਾਂ ਅੱਗੇ ਲੰਘਿਆ ਜਾਵੇ। ਇਹ ਅਕਾਦਮਿਕ ਉਡਾਰੀ ਮਾਰਨ ਦੇ ਵਿਚਾਰ ਨਾਲ ਉਸਨੇ 7ਵੀਂ ਵਿੱਚ ਖਾਲਸਾ ਸਕੂਲ ਵਿੱਚੋਂ ਆਪਣਾ ਨਾਂ ਕਟਵਾ ਕੇ ਅਤੇ ਫਿਰ ਆਪਣੇ ਵੱਲੋਂ ਪੂਰੀ ਹੁਸ਼ਿਆਰੀ ਨਾਲ ਸਰਟੀਫਿਕੇਟ ਅੰਦਰ 7ਵੀਂ ਦੀ ਥਾਂ 9ਵੀਂ ਕਰ ਲਈ ਅਤੇ ਇਸ ਤਰੀਕੇ ਨਾਲ ਲੁਧਿਆਣਾ ਦੇ ਆਰਿਆ ਸਕੂਲ ਵਿੱਚ 9ਵੀਂ ਜਮਾਤ ਵਿੱਚ ਦਾਖਲਾ ਲੈ ਲਿਆ। ਕਿਹਾ ਜਾਂਦਾ ਹੈ ਕਿ ਕੁਝ ਚਿਰ ਤਾਂ ਸਕੂਲ ਵਾਲਿਆਂ ਨੂੰ ਉਸਦੀ ਇਸ ਚੁਸਤੀ ਦਾ ਪਤਾ ਨਾ ਲੱਗਿਆ, ਪਰ ਪਿੱਛੋਂ ਕਿਸੇ ਭੇਤੀ ਨੇ ਭੇਤ ਪ੍ਰਗਟ ਕਰ ਦਿੱਤਾ, ਜਿਸ ਕਰਕੇ ਉਸ ਨੂੰ ਆਰਿਆ ਸਕੂਲ ਤੋਂ ਛੁੱਟੀ ਹੋ ਗਈ। ਪਰ ਜੇਕਰ ਉਸ ਵੇਲੇ ਸਕੂਲਾਂ ਦੇ ਪ੍ਰਚਲਿਤ ਵਿਦਿਆ ਦੇ ਸਿਸਟਮ ਨੂੰ ਦੇਖਿਆ ਜਾਵੇ ਤਾਂ ਉਪਰੋਕਤ ਕਹਾਣੀ ਪੂਰੀ ਠੀਕ ਨਹੀਂ ਜਾਪਦੀ। ਉਸ ਵੇਲੇ ਸਕੂਲ ਪੱਧਰ ਦੀ ਵਿਦਿਆ ਦਾ ਪੈਟਰਨ ਇਹ ਸੀ ਕਿ 8ਵੀਂ ਤੱਕ ਸਾਰੀ ਵਿਦਿਆ ਵਰਕਨੂਲਰ ਯਾਨੀ ਕਿ ਸਥਾਨਕ ਭਾਸ਼ਾ ਵਿੱਚ ਹੀ ਦਿੱਤੀ ਜਾਂਦੀ ਸੀ, ਜਿਸ ਕਰਕੇ 8ਵੀਂ ਜਮਾਤ ਨੂੰ ਵਰਨਕੂਲਰ ਫਾਈਨਲ ਕਿਹਾ ਜਾਂਦਾ ਸੀ। ਪੰਜਾਬ ਅੰਦਰ ਅੰਗਰੇਜ਼ ਸਰਕਾਰ ਦੀ ਵਿਸ਼ੇਸ਼ ਨੀਤੀ ਤਹਿਤ ਮਾਂ ਬੋਲੀ ਪੰਜਾਬੀ ਨੂੰ ਢਾਹ ਲਾਉਣ ਦੇ ਮਨੋਰਥ ਨਾਲ ਵਰਨਕੂਲੇਸ਼ਨ ਭਾਸ਼ਾ ਦਾ ਰੁਤਬਾ ਪੰਜਾਬੀ ਦੀ ਥਾਂ ਉਰਦੂ ਨੂੰ ਦਿੱਤਾ ਗਿਆ ਸੀ, ਜਿਸ ਕਰਕੇ 8ਵੀਂ ਜਮਾਤ ਤੱਕ ਸਾਰੀ ਵਿਦਿਆ ਉਰਦੂ ਵਿੱਚ ਹੀ ਦਿੱਤੀ ਜਾਂਦੀ ਸੀ। ਸਰਕਾਰੀ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣਾ ਮਨ੍ਹਾ ਸੀ। 8ਵੀਂ ਦਾ ਸਰਟੀਫਿਕੇਟ ਯੂਨੀਵਰਸਿਟੀ ਵੱਲੋਂ ਜਾਰੀ ਕੀਤਾ ਜਾਂਦਾ ਸੀ। 8ਵੀਂ ਤੱਕ ਅੰਗਰੇਜ਼ੀ ਉੱਕਾ ਹੀ ਨਹੀਂ ਪੜ੍ਹਾਈ ਜਾਂਦੀ ਸੀ। ਵਰਨੈਕੂਲਰ ਫਾਈਨਲ ਤੋਂ ਬਾਅਦ ਹਾਈ ਸਕੂਲ ਵਿੱਚ ਪਹਿਲੇ 2 ਸਾਲ ਨਿਰੋਲ ਅੰਗਰੇਜ਼ੀ ਪੜ੍ਹਾਈ ਸਿਖਾਈ ਜਾਂਦੀ ਸੀ। ਇਸ ਨੂੰ ਜੂਨੀਅਰ ਤੇ ਸੀਨੀਅਰ ਪਾਸ ਕਰਨਾ ਕਿਹਾ ਜਾਂਦਾ ਸੀ। ਇਸ ਤੋਂ ਬਾਅਦ ਹੀ 9ਵੀਂ ਵਿੱਚ ਦਾਖਲਾ ਮਿਲਦਾ ਸੀ। 9ਵੀਂ ਜਮਾਤ ਨੂੰ 4th ਹਾਈ ਕਿਹਾ ਜਾਂਦਾ ਸੀ ਅਤੇ ਇਸ ਵਿੱਚ ਅੰਗਰੇਜ਼ੀ ਤੇ ਉਰਦੂ ਇਕੱਠੀਆਂ ਪੜ੍ਹਾਈਆਂ ਜਾਂਦੀਆਂ ਸਨ। ਇਸ ਲਿਹਾਜ਼ ਨਾਲ ਕਰਤਾਰ ਸਿੰਘ ਸਰਾਭਾ ਵੱਲੋਂ 8ਵੀਂ ਜਮਾਤ ਨੂੰ ਬਾਈਪਾਸ ਕਰਕੇ 7ਵੀਂ ਚੋਂ ਸਿੱਧਾ 9ਵੀਂ ਵਿੱਚ ਦਾਖਲਾ ਲੈ ਸਕਣਾ ਮੰਨਣਯੋਗ ਨਹੀਂ ਹੋ ਸਕਦਾ। ਜੂਨੀਅਰ ਤੇ ਸੀਨੀਅਰ ਵਿੱਚ ਅੰਗਰੇਜ਼ੀ ਦਾ ਅਭਿਆਸ ਕਰਨ ਤੋਂ ਬਿਨਾਂ 9ਵੀਂ ਦੀ ਅੰਗਰੇਜ਼ੀ ਪੜ੍ਹ ਸਕਣਾ ਕਤਈ ਸੰਭਵ ਨਹੀਂ ਸੀ। ਵੈਸੇ ਵੀ 8ਵੀਂ ਦਾ ਸਰਟੀਫਿਕੇਟ ਜਿਹੜਾ ਯੂਨੀਵਰਸਿਟੀ ਵੱਲੋਂ ਜਾਰੀ ਕੀਤਾ ਜਾਂਦਾ ਹੈ, ਦਿਖਾਏ ਬਗੈਰ 9ਵੀਂ ਜਮਾਤ ਵਿੱਚ ਦਾਖਲਾ ਕਿਵੇਂ ਮਿਲ ਸਕਦਾ ਸੀ। ਇਸ ਕਰਕੇ ਵੱਧ ਸੰਭਾਵਨਾ ਇਹ ਹੈ ਕਿ ਕਰਤਾਰ ਸਿੰਘ ਨੇ ਖਾਲਸਾ ਸਕੂਲ ਤੋਂ ਜੂਨੀਅਰ ਤੇ ਸੀਨੀਅਰ ਪਾਸ ਕਰ ਲੈਣ ਤੋਂ ਬਾਅਦ 9ਵੀਂ ਜਮਾਤ 'ਚੋਂ ਆਪਣਾ ਨਾਂ ਕਟਵਾ ਕੇ ਹੱਥ ਨਾਲ 9ਵੀਂ ਦੀ ਥਾਂ 10ਵੀਂ ਕਰ ਲਿਆ ਹੋਵੇਗਾ ਅਤੇ ਇਸ ਆਧਾਰ ਤੇ ਇਸਲਾਮੀਆ ਸਕੂਲ ਕਰਤਾਰ ਸਿੰਘ ਸਰਾਭਾ ਦੇ ਪਰਿਵਾਰਕ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਰਿਆ ਸਕੂਲ ਜਾਂ ਮਿਸ਼ਨ ਸਕੂਲ ਵਾਲੀ ਗੱਲ ਸਹੀ ਨਹੀਂ ਹੈ ਵਿੱਚ 10ਵੀਂ ਜਮਾਤ 'ਚ ਦਾਖਲਾ ਲੈ ਲਿਆ ਹੋਵੇਗਾ। ਖੈਰ ਕਿਵੇਂ ਵੀ ਹੋਇਆ, ਉਸਦੇ ਦਾਦਾ ਜੀ ਤੇ ਚਾਚਿਆਂ ਨੂੰ ਕਰਤਾਰ ਸਿੰਘ ਦੀ ਇਸ ਨਾਦਾਨ ਤੇ ਅਨੈਤਿਕ ਹਰਕਤ ਤੇ ਜ਼ਰੂਰ ਅਫਸੋਸ ਤੇ ਦੁੱਖ ਹੋਇਆ ਹੋਵੇਗਾ।
ਇਸ ਵਾਰਦਾਤ ਤੋਂ ਬਾਅਦ ਕਰਤਾਰ ਸਿੰਘ ਦੇ ਦਾਦੇ ਤੇ ਚਾਚਿਆਂ ਨੇ ਰਲ ਕੇ ਫੈਸਲਾ ਕੀਤਾ ਕਿ ਉਹ ਲੁਧਿਆਣਿਓਂ ਕੱਢ ਕੇ ਉੜੀਸਾ ਆਪਣੇ ਕੋਲ ਰੱਖ ਕੇ ਸਿੱਧੀ ਨਿਗਰਾਨੀ ਹੇਠ ਪੜ੍ਹਾਇਆ ਜਾਵੇ। ਇਸ ਤਰੀਕੇ ਨਾਲ ਭਾਈ ਕਰਤਾਰ ਸਿੰਘ ਆਪਣੇ ਦੋ ਚਾਚਿਆਂ ਸਰਦਾਰ ਬਖਸ਼ੀਸ਼ ਸਿੰਘ ਤੇ ਸਰਦਾਰ ਵੀਰ ਸਿੰਘ ਕੋਲ ਉੜੀਸਾ ਚਲਾ ਗਿਆ। ਉੱਥੇ ਉਸ ਦਾ ਚਾਚਾ ਬਖਸ਼ੀਸ਼ ਸਿੰਘ ਜੰਗਲਾਤ ਦੇ ਮਹਿਕਮੇ ਵਿੱਚ ਅਫਸਰ ਸੀ ਅਤੇ ਸਰਦਾਰ ਵੀਰ ਸਿੰਘ ਡਾਕਟਰੀ ਦਾ ਕਿੱਤਾ ਕਰਦਾ ਸੀ। ਦੋਵੇਂ ਚਾਚੇ ਉੜੀਸਾ ਦੇ ਮਸ਼ਹੂਰ ਸ਼ਹਿਰ ਕਟਕ ਵਿੱਚ ਇਕੱਠੇ ਇੱਕੋ ਘਰ ਵਿੱਚ ਰਹਿੰਦੇ ਸਨ। ਕਰਤਾਰ ਸਿੰਘ ਦੋਨੇ ਚਾਚਿਆਂ ਦੀਆਂ ਸਕੀਆਂ ਭੈਣਾਂ ਸਨ। ਕਰਤਾਰ ਸਿੰਘ ਦੀਆਂ ਦੋਨੋਂ ਚਾਚੀਆਂ ਵੀ ਸਕੀਆਂ ਭੈਣਾਂ ਸਨ। ਉੜੀਸਾ ਉਸ ਵੇਲੇ ਬੰਗਾਲ ਪ੍ਰੈਜ਼ੀਡੈਂਸੀ ਦਾ ਹਿੱਸਾ ਸੀ। ਉੱਥੇ 19ਵੀਂ ਸਦੀ ਦੇ ਆਰੰਭ ਵਿੱਚ ਹੀ ਪੱਛਮੀ ਤਰਜ਼ ਉੱਤੇ ਪੜ੍ਹਾਈ ਦਾ ਸਿਲਸਿਲਾ ਆਰੰਭ ਹੋ ਗਿਆ ਸੀ। ਸੁਭਾਵਿਕ ਹੀ ਉੱਥੇ ਸਕੂਲਾਂ ਵਿੱਚ ਅੰਗਰੇਜ਼ੀ ਦਾ ਪੱਧਰ ਕਾਫੀ ਉੱਚਾ ਹੋਵੇਗਾ। ਕਟਕ ਵਿੱਚ 1876 ਈਸਵੀ ਵਿੱਚ ਰੇਵਨੇਸ਼ਾ ਕਾਲਜ ਚਾਲੂ ਹੋ ਗਿਆ ਸੀ। ਕਰਤਾਰ ਸਿੰਘ ਸਰਾਭਾ ਰੇਵਨੇਸ਼ਾ ਦੇ ਕਾਲਜੀਏਟ ਸਕੂਲ ਵਿੱਚ ਪੜ੍ਹਨੇ ਪੈ ਗਿਆ ਸੀ, ਜਿੱਥੇ ਉਸਨੇ 1912 ਵਿੱਚ 10ਵੀਂ ਜਮਾਤ ਪਾਸ ਕਰ ਲਈ ਸੀ। ਉੜੀਸਾ ਵਿੱਚ ਅੰਗਰੇਜ਼ੀ ਪੜ੍ਹਾਈ ਦਾ ਪੱਧਰ ਉੱਚਾ ਹੋਣ ਕਰਕੇ ਕਰਤਾਰ ਸਿੰਘ ਨੂੰ ਅੰਗਰੇਜ਼ੀ ਪੜ੍ਹਨ, ਲਿਖਣ ਤੇ ਬੋਲਣ ਦਾ ਚੰਗਾ ਅਭਿਆਸ ਹੋ ਗਿਆ ਸੀ, ਜਿਹੜਾ ਅਮਰੀਕਾ ਜਾ ਕੇ ਉਸਦੇ ਬਹੁਤ ਕੰਮ ਆਇਆ। ਬਚਪਨ ਦੇ ਗੁਣ ਲੱਛਣ। ਕਰਤਾਰ ਸਿੰਘ ਸਰਾਭਾ ਦੇ ਸੰਗਰਾਮੀਆਂ ਸਾਥੀ ਗਿਆਨੀ ਹਰਭਜਨ ਸਿੰਘ ਚਮਿੰਡਾ ਦੇ ਦੱਸਣ ਅਨੁਸਾਰ ਕਰਤਾਰ ਸਿੰਘ ਪੜ੍ਹਾਈ ਵਿੱਚ ਐਡਾ ਹੁਸ਼ਿਆਰ ਨਹੀਂ ਸੀ। ਬਾਹਲਾ ਖੇਡਣ ਕੁੱਦਣ ਵਿੱਚ ਹੀ ਧਿਆਨ ਰੱਖਦਾ ਸੀ, ਪਰ ਇਸ ਦਾ ਬਾਬਾ ਇਸ ਨੂੰ ਬਹੁਤ ਘੱਟ ਝਿੜਕਦਾ ਹੁੰਦਾ ਸੀ। ਇਹ ਨਿਚਲਾ ਬਹਿਣਾ ਤਾਂ ਜਾਣਦਾ ਹੀ ਨਹੀਂ ਸੀ। ਇਸ ਵਿੱਚ ਬੜੀ ਫੁਰਤੀ ਤੇ ਚਲਾਕੀ ਸੀ। ਪਿੰਡ ਦੇ ਮੁੰਡੇ ਇਸ ਨੂੰ ਅਫਲਾਤੂ ਆਖਿਆ ਕਰਦੇ ਸਨ। ਕਰਤਾਰ ਸਿੰਘ ਖੇਡਾਂ ਵਿੱਚ ਬੜਾ ਹੁਸ਼ਿਆਰ ਸੀ। ਉਹ ਸਕੂਲ ਵਿੱਚ ਹਾਕੀ ਖੇਡਦਾ ਸੀ, ਲੜਕੀਆਂ ਦਾ ਇੱਕ ਜਮਾਂਦਰੂ ਆਗੂ ਸੀ ਤੇ ਆਗੂਆਂ ਦੀਆਂ ਸਾਰੀਆਂ ਹੀ ਸਿਫਤਾਂ ਵਿੱਚ ਸਨ। ਇਹ ਤਰਜੀਬ ਬੜੀ ਸੋਹਣੀ ਰੱਖ ਸਕਦਾ ਸੀ। ਆਪਣਾ ਵੱਖਰਾ ਹੀ ਜੱਥਾ ਇਸਨੇ ਬਣਾਇਆ ਹੋਇਆ ਸੀ। ਸੁਭਾਅ ਦਾ ਬੜਾ ਹਸਮੁਖ ਤੇ ਮਸ਼ਕਰਾ ਸੀ। ਹਰ ਲੜਕਾ ਉਸ ਦਾ ਸੰਗੀ ਬਣਨ ਵਿੱਚ ਬੜਾ ਪ੍ਰਸੰਨ ਰਹਿੰਦਾ ਸੀ। ਕਰਤਾਰ ਸਿੰਘ ਦੇ ਚੰਚਲ ਸੁਭਾਅ ਦੀ ਪੁਸ਼ਟੀ ਕਈ ਸੋਮੀਆਂ ਤੋਂ ਹੁੰਦੀ ਹੈ। ਉਸ ਦੇ ਬਚਪਨ ਦੇ ਬੇਲੀਆਂ ਤੇ ਸਕੂਲ ਦੇ ਸਾਥੀਆਂ ਮੁਤਾਬਕ ਉਹ ਹਰ ਵੇਲੇ ਟਪੂ ਕਰਦਾ ਰਹਿੰਦਾ ਸੀ, ਜਿਸ ਕਰਕੇ ਉਸ ਦੇ ਸਹਿਪਾਠੀਆਂ ਨੇ ਉਸ ਦਾ ਨਾਂ ਉੱਡਣਾ ਸੱਪ ਪਾਇਆ ਹੋਇਆ ਸੀ। ਬਾਅਦ ਵਿੱਚ ਜਾ ਕੇ ਉਸ ਨੇ ਥੋੜ੍ਹੇ ਜਿਹੇ ਜੀਵਨ ਅੰਦਰ ਹੀ ਜਿਸ ਕਿਸਮ ਦੀਆਂ ਬੁਲੰਦ ਤੇ ਬੇਪਰਵਾਹ ਉਡਾਰੀਆਂ ਮਾਰੀਆਂ ਅਤੇ ਜਿਸ ਕਿਸਮ ਦੇ ਜਾਂਬਾਜ਼ ਕਾਰਨਾਮੇ ਕੀਤੇ, ਉਹਨਾਂ ਤੋਂ ਸਾਬਿਤ ਹੋ ਜਾਂਦਾ ਹੈ ਕਿ ਉਸ ਦੇ ਬਚਪਨ ਦੇ ਬੇਲੀਆਂ ਨੇ ਹੀ ਉਸ ਦਾ ਲੱਛਣ ਚਿਤਰਨ ਕਿੰਨਾ ਠੀਕ ਕੀਤਾ ਸੀ। ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਵਿੱਚ ਸਭ ਤੋਂ ਪਹਿਲਾਂ ਮਿਸ਼ਨ ਹਾਈ ਸਕੂਲ ਬਣਿਆ। ਫਿਰ 1895 ਈਸਵੀ ਵਿੱਚ ਆਰੀਆ ਹਾਈ ਸਕੂਲ ਵਿੱਚ ਅਤੇ ਇਸ ਦੇ 2 ਸਾਲਾਂ ਬਾਅਦ 1897 ਵਿੱਚ ਇਸਲਾਮੀਆ ਹਾਈ ਸਕੂਲ ਚਾਲੂ ਹੋਇਆ। 1905 ਵਿੱਚ ਮਾਲਵਾ ਖਾਲਸਾ ਹਾਈ ਸਕੂਲ ਆਰੰਭ ਹੋਇਆ। ਕਰਤਾਰ ਸਿੰਘ ਨੇ ਖਾਲਸਾ ਸਕੂਲ ਵਿੱਚ 2 ਸਾਲ ਤੋਂ ਵਧੇਰੇ ਸਮਾਂ ਗੁਜ਼ਾਰਿਆ। ਉਸ ਦੀ ਸ਼ਖਸੀਅਤ ਉੱਤੇ ਇਸ ਦਾ ਜੋ ਅਸਰ ਪਿਆ ਹੋ ਸਕਦਾ ਹੈ, ਉਸ ਦਾ ਅੰਦਾਜ਼ਾ ਹੇਠ ਦਿੱਤੇ ਵਰਣਨ ਤੋਂ ਲਾਇਆ ਜਾ ਸਕਦਾ ਹੈ। ਗਿਆਨੀ ਹਰਭਜਨ ਸਿੰਘ ਚਮਿੰਡਾ, ਜਿਹੜਾ ਉਮਰ ਦੇ ਲਿਹਾਜ਼ ਨਾਲ ਕਰਤਾਰ ਸਿੰਘ ਦਾ ਲਗਭਗ ਹਾਣੀ ਤੇ ਉਸ ਦੇ ਗਵਾਂਢੀ ਪਿੰਡ ਦਾ ਵੰਸ਼ਨੀਕ ਹੋਣ ਤੋਂ ਇਲਾਵਾ ਭਾਈ ਰਣਧੀਰ ਸਿੰਘ ਦੇ ਜਥੇ ਦਾ ਨਿਸ਼ਠਾਵਾਨ ਮੈਂਬਰ ਹੋਣ ਦੇ ਨਾਤੇ, ਜਿਸ ਨੇ ਫਿਰੋਜ਼ਪੁਰ ਛਾਉਣੀ ਅੰਦਰ ਅੰਗਰੇਜ਼ ਹਕੂਮਤ ਵਿਰੁੱਧ ਬਗਾਵਤ ਕਰਨ ਦੀ ਅਸਫਲ ਯਤਨ ਵਿੱਚ ਅਹਿਮ ਹਿੱਸਾ ਲਿਆ ਸੀ ਅਤੇ ਇਸ ਬਦਲੇ ਉਸ ਨੂੰ ਸਰਕਾਰੀ ਕਰੋਪੀ ਦਾ ਸਾਹਮਣਾ ਕਰਨਾ ਪਿਆ ਸੀ। ਉਹਨਾਂ ਨੇ ਆਪਣੇ ਜੀਵਨ ਦੀਆਂ ਯਾਦਾਂ ਅੰਦਰ ਖਾਲਸਾ ਸਕੂਲ ਬਾਰੇ ਹੇਠ ਲਿਖੀ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ 1911 ਵਿੱਚ ਜਦੋਂ ਮੈਂ ਵਰਕੂਲਰ ਫਾਈਨਲ ਦਾ ਇਮਤਿਹਾਨ ਪਾਸ ਕਰ ਲਿਆ ਤਾਂ ਮੇਰੇ ਵੱਡੇ ਭਰਾ ਨੇ ਮੈਨੂੰ ਮਾਲਵਾ ਖਾਲਸਾ ਹਾਈ ਸਕੂਲ ਲੁਧਿਆਣਾ ਵਿੱਚ ਦਾਖਲ ਕਰਵਾ ਦਿੱਤਾ। ਉੱਥੇ ਮੈਂ ਬੋਰਡਿੰਗ ਹਾਊਸ ਵਿੱਚ ਰਹਿੰਦਾ ਹੁੰਦਾ ਸੀ। ਪਹਿਲਾਂ ਕੁਝ ਸਮਾਂ ਫੀਲਡਗੰਜ ਵਿੱਚ ਇੱਕ ਕਮਰਾ ਕਿਰਾਏ ਉੱਤੇ ਲੈ ਕੇ ਰਹਿਣ ਦਾ ਪ੍ਰਬੰਧ ਕੀਤਾ ਸੀ। ਸਕੂਲ ਬੜੀ ਰੌਣਕ ਹੁੰਦੀ ਸੀ। ਸਿੱਖੀ ਪਿਆਰ ਠਾਠਾਂ ਮਾਰਦਾ ਸੀ। ਸਕੂਲ ਦਾ ਸਾਰਾ ਵਾਤਾਵਰਨ ਸਿੱਖੀ ਪਿਆਰ ਨਾਲ ਭਰਪੂਰ ਦਿਖਾਈ ਦਿੰਦਾ ਸੀ। ਹਰ ਵਿਦਿਆਰਥੀ ਲਈ ਇੱਕ ਲਾਜ਼ਮੀ ਸੀ ਕਿ ਉਹ ਸਿੱਖ ਰਹਿਤ ਵਿੱਚ ਪੂਰੀ ਤਰ੍ਹਾਂ ਨਾਲ ਤਿਆਰ ਹੋਵੇ। ਉਸ ਸਮੇਂ ਦੇ ਅਧਿਆਪਕਾਂ ਦਾ ਪ੍ਰਭਾਵ ਹੀ ਐਸਾ ਸੀ ਕਿ ਉਹਨਾਂ ਦੀ ਕਹੀ ਹੋਈ ਹਰ ਗੱਲ ਉੱਪਰ ਫੌਰਨ ਅਮਲ ਹੁੰਦਾ ਸੀ।
ਸ਼ਾਇਦ ਇਸ ਦਾ ਇੱਕ ਕਾਰਨ ਇਹ ਵੀ ਹੋਵੇ ਕਿ ਉਹ ਅਧਿਆਪਕ ਕਹਿਣੀ ਤੇ ਕਰਨੀ ਦੇ ਪੂਰੇ ਸਨ। ਜੋ ਕਹਿੰਦੇ ਸਨ ਉਹੀ ਕੁਝ ਕਰਦੇ ਸਨ। ਜੇ ਉਹ ਸਾਨੂੰ ਸਿੱਖੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਵਸਾਉਣ ਦੀ ਪ੍ਰੇਰਨਾ ਕਰਦੇ ਸਨ ਤਾਂ ਇਹ ਠੋਸ ਹਕੀਕਤ ਹੈ ਕਿ ਉਹ ਆਪ ਵੀ ਇਹਨਾਂ ਉਪਦੇਸ਼ਾਂ ਉੱਪਰ ਪੂਰਾ ਅਮਲ ਕਰਦੇ ਸਨ। ਸਕੂਲ ਵਿੱਚ ਹਰ 8ਵੇਂ ਦਿਨ ਬੁੱਧਵਾਰ ਨੂੰ ਬੜਾ ਭਾਰੀ ਦੀਵਾਨ ਸਜਦਾ ਸੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆਪਣੇ ਜੱਥੇ ਸਮੇਤ ਆ ਕੇ ਕੀਰਤਨ ਕਰਿਆ ਕਰਦੇ ਸਨ। ਸਕੂਲ ਦੇ ਸਾਰੇ ਬੱਚੇ ਇਕੱਠੇ ਹੋ ਕੇ ਜਦੋਂ ਪ੍ਰੇਮ ਮੁਗਧ ਹੋ ਕੇ ਗੁਰਬਾਣੀ ਦਾ ਗਾਇਨ ਕਰਦੇ, ਸ਼ਬਦ ਕੀਰਤਨ ਕਰਦੇ, ਰਸ ਭਿੰਨੀ ਆਵਾਜ਼ ਵਿੱਚ ਬੋਲਦੇ, ਆਪਣੇ ਪ੍ਰਭ ਸਿਮਰਨ ਪ੍ਰਭ ਪਰਮੇਸ਼ਵਰ ਨੂੰ ਯਾਦ ਕਰਨ ਲਈ ਉਸ ਦੀ ਸਿਫਤ ਸਲਾਘਾ ਦਾ ਆਲਾਪ ਕਰਦੇ ਤਾਂ ਸਾਰਾ ਵਾਯੂਮੰਡਲ ਇੱਕ ਅਨੋਖੇ ਵਾਜਦ ਵਿੱਚ ਗੂੰਜ ਉੱਠਦਾ, ਦੂਰ ਦੂਰ ਤੱਕ ਆਵਾਜ਼ ਸੁਣਾਈ ਦਿੰਦੀ। ਇਸ ਤਰ੍ਹਾਂ ਮੈਨੂੰ ਵੀ ਕੀਰਤਨ ਕਰਨ ਦਾ ਸ਼ੌਂਕ ਹੋ ਗਿਆ। 1914 ਵਿੱਚ ਮੈਂ ਇਸ ਜੱਥੇ ਕੋਲ ਅੰਮ੍ਰਿਤ ਛਕਿਆ। 9ਵੀਂ ਜਮਾਤ ਵਿੱਚ ਜਾ ਕੇ ਮੈਂ ਸਕੂਲ ਜਾਣਾ ਛੱਡ ਦਿੱਤਾ, ਕਿਉਂਕਿ ਜੱਥੇ ਦੇ ਨਾਲ ਰਹਿਣ ਦਾ ਪੱਕਾ ਫੈਸਲਾ ਕਰ ਰਿਹਾ ਸੀ। ਇੱਕ ਹੋਰ ਜਗ੍ਹਾ ਗਿਆਨੀ ਹਰਭਜਨ ਸਿੰਘ ਚਮਿੰਡਾ ਨੇ ਖਾਲਸਾ ਸਕੂਲ ਦੇ ਵਾਤਾਵਰਣ ਦੀ ਤਸਵੀਰ ਕੁਝ ਇਸ ਤਰ੍ਹਾਂ ਪੇਸ਼ ਕੀਤੀ। ਇਸ ਸਕੂਲ ਦਾ ਵਾਤਾਵਰਣ ਸਿੱਖੀ ਪਿਆਰ, ਸਿੱਖੀ ਉਪਦੇਸ਼ ਤੇ ਸਿੱਖੀ ਰਹਿਤ ਮਰਿਆਦਾ ਨਾਲ ਭਰਪੂਰ ਸੀ। ਸਕੂਲ ਦੇ ਬੱਚਿਆਂ ਨੂੰ ਹਰ ਰੋਜ਼ ਸਿੱਖ ਇਤਿਹਾਸ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ, ਸ਼ਹੀਦੀ ਘਟਨਾਵਾਂ ਨੂੰ ਬਿਆਨ ਕੀਤਾ ਜਾਂਦਾ, ਗੁਰਮਤਿ ਸੰਬੰਧੀ ਪੂਰੀ ਜਾਣਕਾਰੀ ਦਿੱਤੀ ਜਾਂਦੀ। ਸਕੂਲ ਦੇ ਬੋਰਡਿੰਗ ਵਿੱਚ ਰਹਿਣ ਵਾਲੇ ਹਰ ਵਿਦਿਆਰਥੀ ਲਈ ਅੰਮ੍ਰਿਤ ਵੇਲੇ ਉੱਠਣਾ ਤੇ ਇਸ਼ਨਾਨ ਕਰਨਾ ਜ਼ਰੂਰੀ ਹੁੰਦਾ ਸੀ। ਫਿਰ ਸਾਰੇ ਬੋਰਡਰਜ਼ ਇਕੱਠੇ ਹੋ ਕੇ ਗੁਰਦੁਆਰੇ ਜਾਂਦੇ, ਢੋਲਕੀਆਂ ਚਿਮਟਿਆਂ ਨਾਲ ਸ਼ਬਦ ਕੀਰਤਨ ਅਤੇ ਜੋਟੀਆਂ ਦੇ ਸ਼ਬਦ ਪੜ੍ਹਦੇ, ਮਸਤੀ ਵਿੱਚ ਆ ਕੇ ਰਸ ਭਿੰਨੇ ਕੀਰਤਨ ਦੇ ਆਨੰਦ ਮਾਣਦੇ। ਕੀਰਤਨ ਦੀ ਸਮਾਪਤੀ ਦੇ ਉਪਰੰਤ ਗੁਰਬਾਖ ਲਿਆ ਜਾਂਦਾ, ਅਰਦਾਸ ਕੀਤੀ ਜਾਂਦੀ। ਇਹ ਸਾਰਾ ਪ੍ਰੋਗਰਾਮ ਵਿਦਿਆਰਥੀ ਆਪ ਆਪਣੇ ਸ਼ੌਂਕ ਨਾਲ ਨਿੱਤ ਕਰਦੇ। ਸਭਨਾਂ ਲਈ ਸਿੱਖੀ ਰਹਿਤ ਵਿੱਚ ਤਿਆਰ ਰਹਿਣਾ ਜ਼ਰੂਰੀ ਸੀ। ਰੇਵ ਕਛਹਿਰਾ ਪਹਿਨਣਾ, ਗਾਤਰਾ ਕਿਰਪਾਨ ਰੱਖਣੀ ਤੇ ਕੇਸ਼ਾਂ ਨੂੰ ਸਤਿਕਾਰ ਵਜੋਂ ਢੱਕ ਕੇ ਰੱਖਣਾ, ਕਮਰੇ ਵਿੱਚੋਂ ਨੰਗੇ ਸਿਰ ਬਾਹਰ ਨਿਕਲਣਾ ਭਾਰੀ ਅਵਗਿਆ ਸਮਝੀ ਜਾਂਦੀ ਸੀ। ਇਸੇ ਤਰ੍ਹਾਂ ਰਹਿ ਰਸ ਦੇ ਮੌਕੇ ਗੁਰਦੁਆਰੇ ਵਿੱਚ ਫਿਰ ਦੀਵਾਨ ਸਜਣਾ। ਗਿਆਨੀ ਨਾਹਰ ਸਿੰਘ ਜੀ ਨੇ, ਜਿਨ੍ਹਾਂ ਨੇ ਗਿਆਨੀ ਚਮਿੰਡਾ ਜੀ ਹੋਰਾਂ ਵਾਂਗ ਹੀ ਭਾਰਤ ਅੰਦਰ ਅੰਗਰੇਜ਼ ਸਰਕਾਰ ਦਾ ਤਖਤ ਪਲਟਣ ਦੀ ਅਸਫਲ ਕੋਸ਼ਿਸ਼ ਕਰਨ ਵਿੱਚ ਕਰਤਾਰ ਸਿੰਘ ਸਰਾਭਾ ਦਾ ਡਟਵਾ ਸਾਥ ਦਿੱਤਾ ਸੀ ਅਤੇ ਇਸ ਦੇ ਬਦਲੇ ਕਈ ਸਾਲ ਜੇਲ੍ਹਾਂ ਅੰਦਰ ਕਸ਼ਟਮਈ ਜੀਵਨ ਗੁਜ਼ਾਰਿਆ ਸੀ, ਨੇ ਵੀ ਮਾਲਵਾ ਖਾਲਸਾ ਕਾਲਜ ਸਕੂਲ ਬਾਰੇ ਹੇਠਲੀ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਖਾਲਸਾ ਜੰਗਮੈਨਜ਼ ਲੀਗ ਲੁਧਿਆਣਾ 1885 ਵਿੱਚ ਕਾਇਮ ਹੋਈ। ਖਾਲਸਾ ਹਾਈ ਸਕੂਲ ਲੁਧਿਆਣਾ ਦੇ ਜਾਰੀ ਹੋਣ ਤੋਂ ਪਹਿਲਾਂ ਸਿੱਖ ਲੜਕੇ ਬਹੁਤ ਮਿਸ਼ਨ ਹਾਈ ਸਕੂਲ ਵਿੱਚ ਹੀ ਪੜ੍ਹਿਆ ਕਰਦੇ ਸਨ, ਸੋ ਖਾਲਸਾ ਸਭਾ ਦਾ ਜ਼ੋਰ ਤੋਰ ਵੀ ਇਸੇ ਸਕੂਲ ਵਿੱਚ ਹੀ ਸੀ। ਜਦੋਂ ਖਾਲਸਾ ਸਕੂਲ ਲੁਧਿਆਣਾ ਦੇ ਖੁੱਲ੍ਹਣ ਦੇ ਖਿਆਲ ਤੇ ਉਦਮ ਆਰੰਭ ਹੋਣ ਲੱਗੇ, ਉਸ ਯਤਨ ਤੇ ਪ੍ਰੇਰਨਾ ਵਿੱਚ ਇਸ ਜੰਗੀ ਸਭਾ ਦਾ ਖਾਸ ਹਿੱਸਾ ਸੀ। ਆਪਣੇ ਜ਼ਮਾਨੇ ਵਿੱਚ ਇਹ ਸਭਾ ਦੀ ਹਸਤੀ ਪੰਥ ਪ੍ਰਸਿੱਧ ਸੀ। ਪੰਥਿਕ ਇਕੱਠਾਂ ਵਿੱਚ ਇਸ ਦੇ ਪ੍ਰਤੀਨਿਧਾਂ ਨੂੰ ਖਾਸ ਤੌਰ ਤੇ ਬੁਲਾਇਆ ਜਾਂਦਾ ਸੀ ਤੇ ਹਰ ਪੰਥਿਕ ਮਾਮਲੇ ਵਿੱਚ ਇਹ ਸਭਾ ਹਿੱਸਾ ਲੈਂਦੀ ਸੀ। ਖਾਲਸਾ ਹਾਈ ਸਕੂਲ ਖੁੱਲ੍ਹ ਜਾਣ ਪਰ ਸਭਾ ਦਾ ਸਭ ਤੋਂ ਜ਼ੋਰ ਤੋਰ ਖਾਲਸਾ ਸਕੂਲ ਵਿੱਚ ਹੀ ਹੋ ਗਿਆ। ਸਕੂਲ 18 ਨਵੰਬਰ 1908 ਨੂੰ ਜਾਰੀ ਹੋਇਆ। 1909 ਤੋਂ ਲੈ ਕੇ 1914 ਤੱਕ ਭਾਈ ਸਾਹਿਬ ਰਣਧੀਰ ਸਿੰਘ ਜੀ ਸਭਾ ਦੇ ਹਫ਼ਤਾਵਾਰੀ ਦੀਵਾਨ, ਜੋ ਕਿ ਐਤਵਾਰ ਤੇ ਬੁੱਧਵਾਰ ਨੂੰ ਹੋਇਆ ਕਰਦੇ ਸਨ, ਉਹਨਾਂ ਵਿੱਚ ਕੀਰਤਨ ਕਰਿਆ ਕਰਦੇ ਤੇ ਗੁਰੂ ਨਾਨਕ ਦੇਵ ਜੀ ਦੇ ਤੇ ਸ੍ਰੀ ਗੁਰੂ ਦਸ਼ਮੇਸ਼ ਜੀ ਦੇ ਅਵਤਾਰ ਗੁਰਪੁਰਬਾਂ ਸਮੇਂ ਨਗਰ ਕੀਰਤਨ ਵਿੱਚ ਸ਼ਾਮਲ ਹੁੰਦੇ ਤੇ ਅਖੰਡ ਪਾਠ ਕਰਦੇ। ਸਕੂਲ ਵਿੱਚ ਬਹੁਤ ਵਾਰ ਗੁਰਪੁਰਬਾਂ ਤੇ ਸਮਾਗਮਾਂ ਪਰ ਅੰਮ੍ਰਿਤ ਪ੍ਰਚਾਰ ਹੋਏ, ਜਿਨ੍ਹਾਂ ਵਿੱਚ ਭਾਈ ਸਾਹਿਬ ਵੀ ਸ਼ਾਮਲ ਹੁੰਦੇ ਰਹੇ। ਜੋ ਨਜ਼ਾਰੇ ਇਹਨਾਂ ਕੀਰਤਨ ਮੰਡਲਾਂ, ਨਗਰ ਕੀਰਤਨ ਦੇ ਸਮਿਆਂ, ਅਖੰਡ ਪਾਠਾਂ ਤੇ ਕੀਰਤਨ ਪ੍ਰਚਾਰ ਦੇ ਸਮਾਗਮਾਂ ਸਮੇਂ ਵੇਖਣ ਵਿੱਚ ਆਏ ਤੇ ਜੋ ਕੌਤਕ ਵਰਤੇ, ਉਹਨਾਂ ਨੂੰ ਉਸ ਸਮੇਂ ਦੇ ਦੇਖਣ ਵਾਲੇ ਹੀ ਅਨੁਭਵ ਕਰ ਸਕਦੇ ਹਨ। ਇੱਥੇ ਲਫ਼ਜ਼ਾਂ ਵਿੱਚ ਉਹ ਵਰਣਨ ਨਹੀਂ ਕੀਤੇ ਜਾ ਸਕਦੇ। ਜਦ ਬੰਨੇ ਦੇ ਹਾਤੇ ਉਸ ਗੁਰਦੁਆਰੇ ਵਾਲੇ ਮਕਾਨ ਨੂੰ ਦੇਖੀਦਾ ਹੈ ਤਾਂ ਪੁਰਾਣੇ ਸਮੇਂ ਸਭ ਨਜ਼ਾਰੇ ਅੱਖਾਂ ਅੱਗੇ ਆ ਕੇ ਆਪਣੀ ਯਾਦ ਨੂੰ ਤਾਜ਼ਾ ਕਰਨ ਵਾਲੀ ਝਲਕ ਦਿਖਾ ਜਾਂਦੇ ਹਨ। ਇਹਨਾਂ ਸਾਰੇ ਦੀਵਾਨਾਂ ਤੇ ਗੁਰਪੁਰਬਾਂ ਦੀ ਕਾਰਵਾਈ ਦਾ ਮੁਕੰਮਲ ਰਿਕਾਰਡ ਇਤਿਹਾਸਕ ਤੌਰ ਪਰ ਰੱਖਿਆ ਗਿਆ ਸੀ। ਅਫਸੋਸ ਕਿ 1914-15 ਵਿੱਚ ਜੋ ਮੁਕੱਦਮਾ ਸਾਜ਼ਿਸ਼ ਲਾਹੌਰ ਸੰਬੰਧੀ ਫੜੋ-ਫੜੀ ਹੋਈ, ਜਿਸ ਦੇ ਸਿਲਸਿਲੇ ਵਿੱਚ ਭਾਈ ਰਣਧੀਰ ਸਿੰਘ ਜੀ ਦੇ ਦਾਸ ਵੀ
ਹੋਰ ਸੱਜਣਾਂ ਸਮੇਤ ਫੜੇ ਗਏ ਸਨ। ਭਾਵੇਂ ਉਹਨਾਂ ਕਾਰਵਾਈ ਵਾਲੇ ਰਜਿਸਟਰਾਂ ਵਿੱਚ ਕੋਈ ਵੀ ਅਜਿਹੀ ਗੱਲ ਭੈਭੀਤ ਕਰਨ ਵਾਲੀ ਨਹੀਂ ਸੀ, ਪਰ ਉਹ ਜ਼ਮਾਨਾ ਇਤਨਾ ਡਰ ਵਾਲਾ ਸੀ ਕਿ ਸਕੂਲ ਵਾਲਿਆਂ ਸਾਰੇ ਰਜਿਸਟਰ ਤੇ ਸਭ ਕਾਗਜ਼ ਪੱਤਰ ਹੀ ਅੱਗ ਦੀ ਭੇਂਟ ਕਰ ਦਿੱਤੇ। ਨਵੇਂ ਰਿਕਾਰਡ ਤੋਂ ਬਿਨਾਂ 1885 ਤੋਂ ਲੈ ਕੇ ਜੋ ਪੁਰਾਣਾ ਰਿਕਾਰਡ ਵੀ ਸੀ ਉਹ ਵੀ ਸਭ ਸਾੜ ਦਿੱਤਾ ਗਿਆ। ਇਉਂ ਇੱਕ ਨਾਮੀ ਬਾਣੀ ਦੇ ਚਮਤਕਾਰਾਂ ਦਾ ਦਰਸਾਇਕ ਤੇ ਨੌਜਵਾਨਾਂ ਵਿੱਚ ਸਿੱਖੀ ਪ੍ਰੇਮ ਦੀ ਲਹਿਰ ਦਾ ਜਨਾਇਕ ਪੰਥਕ ਇਤਿਹਾਸ ਦਾ ਰਿਕਾਰਡ ਤਬਾਹ ਹੋ ਗਿਆ। ਇਸ ਝੱਖੜ ਵਿੱਚ ਇਸ ਖਾਲਸਾ ਭੁਜੰਗੀ ਸਭਾ ਦਾ ਕੀਰਤਨ ਸੋਹਿਲਾ ਵੀ ਪੜ੍ਹਿਆ ਗਿਆ। ਖਾਲਸਾ ਸਕੂਲ ਦੇ ਇਹਨਾਂ ਉੱਪਰ ਦੱਸੇ ਸਮਾਗਮਾਂ ਵਿੱਚ ਜਿਨ੍ਹਾਂ ਭੁਜੰਗੀਆਂ ਅੰਮ੍ਰਿਤ ਛਕਿਆ, ਉਹਨਾਂ ਵਿੱਚ ਇੱਕ ਰੂਹ ਭਰ ਗਈ ਸੀ ਤੇ ਉਹਨਾਂ ਵਿੱਚੋਂ ਬਹੁਤਿਆਂ ਨੇ ਜਿੱਥੇ ਕਿਤੇ ਵੀ ਉਹ ਸਨ ਅਕਾਲੀ ਲਹਿਰ ਸਮੇਂ ਜਥਾ ਸ਼ਕਤ ਪੰਥ ਸੇਵਾ ਕੀਤੀ। ਹੁਣ ਵੀ ਜਦੋਂ ਉਸ ਸਮੇਂ ਤੇ ਪੜ੍ਹਨ ਵਾਲੇ ਸੱਜਣ ਮਿਲਦੇ ਹਨ ਤਾਂ ਉਹ ਬੀਤ ਚੁੱਕੇ ਨਜ਼ਾਰੇ ਦੀ ਯਾਦ ਤਾਜ਼ਾ ਕਰਕੇ ਆਨੰਦਿਤ ਹੁੰਦੇ ਹਨ। ਅਫਸੋਸ ਇਸ ਗੱਲ ਦਾ ਹੈ ਕਿ ਜਿਸ ਗੁਰਦੁਆਰੇ ਵਿੱਚ ਇਹ ਕੌਤਕ ਵਰਤੇ ਉਹ ਹੁਣ ਗੁਰਦੁਆਰਾ ਨਹੀਂ। ਉਸ ਸਮੇਂ ਸਕੂਲ ਕਮੇਟੀ ਭੁਜੰਗੀ ਸਭਾ ਨੂੰ ਕੁੱਲ 200 ਰੁਪਏ ਵਿੱਚ ਗੁਰਦੁਆਰਾ ਵਾਲਾ ਮਕਾਨ ਦਿੰਦੀ ਸੀ, ਕਿਉਂਕਿ ਉਹ ਇਹ ਸਾਰੀ ਬਿਲਡਿੰਗ ਵੇਚ ਕੇ ਸ਼ਹਿਰੋਂ ਬਾਹਰ, ਜਿੱਥੇ ਹੁਣ ਖਾਲਸਾ ਸਕੂਲ ਹੈ, ਉੱਥੇ ਖਾਲਸਾ ਸਕੂਲ ਦੀ ਇਮਾਰਤ ਬਣਾਉਣੀ ਚਾਹੁੰਦੇ ਸੀ। ਅਗਸਤ 1914 ਵਿੱਚ ਜੋ ਮੀਟਿੰਗ ਭੁਜੰਗੀ ਸਭਾ ਦੀ ਹੋਈ, ਉਸ ਵਿੱਚ ਇੱਕ ਸਵਾਲ ਪੇਸ਼ ਕੀਤਾ ਗਿਆ, ਪਰ ਦਾਸ ਦੀ ਸੰਮਤੀ ਤੋਂ ਬਿਨਾਂ ਬਾਕੀ ਸਭ ਨੇ ਇਹੋ ਕਿਹਾ ਕਿ ਸਕੂਲ ਦੇ ਬਾਹਰ ਆ ਜਾਣ ਕਰਕੇ ਹੁਣ ਸ਼ਹਿਰ ਵਿੱਚ ਗੁਰਦੁਆਰੇ ਦੀ ਲੋੜ ਨਹੀਂ। ਪਰ ਹੁਣ ਕਈ ਪ੍ਰੇਮੀ ਕਹਿੰਦੇ ਹਨ ਕਿ ਇਹ ਗਲਤੀ ਹੋਈ। ਖਾਲਸਾ ਜੰਗ ਮੈਨੇਜ ਲੀਗ ਦੇ ਸਮਾਚਾਰ ਦਾ ਭਾਵੇਂ ਵਿਸ਼ੇਸ਼ ਹਨ, ਪਰ ਇੱਥੇ ਟੁੱਕ ਮਾਤਰ ਇਤਨਾ ਹੀ ਦੱਸਣਾ ਕਾਫੀ ਹੋਵੇਗਾ ਕਿ ਖਾਲਸਾ ਸਕੂਲ ਲੁਧਿਆਣਾ ਦੇ ਬਣਨ ਵਿੱਚ ਇਸ ਦੀ ਖਾਸ ਹਿੰਮਤ ਤੇ ਪ੍ਰੇਰਨਾ ਸੀ। 14 ਜੂਨ 1913 ਨੂੰ ਜੋ ਪੰਥ ਖਾਲਸੇ ਦਾ ਉਚੇਚਾ ਤੇ ਅਦੁੱਤੀ ਦੀਵਾਨ ਬਕਾਪੁਰ ਵਿੱਚ ਹੋਇਆ, ਉਸ ਵਿੱਚ ਇਸ ਭੁਜੰਗੀ ਸਭਾ ਦਾ ਜੱਥਾ ਬੜੇ ਜ਼ੋਰ ਸ਼ੋਰ ਨਾਲ ਸ਼ਾਮਿਲ ਹੋਇਆ। ਉਪਰੰਤ 1914-15 ਵਿੱਚ ਕਿਰਪਾਨ ਤੇ ਗੁਰਦੁਆਰਾ ਰਕਾਬਗੰਜ ਦੇ ਸਵਾਲਾਂ ਵਿੱਚ ਇਸ ਸਭਾ ਨੇ ਖਾਸ ਤੌਰ ਤੇ ਹਿੱਸਾ ਲਿਆ ਤੇ 30 ਮਈ 1914 ਨੂੰ ਗੁਰਦੁਆਰਾ ਰਕਾਬਗੰਜ ਸੰਬੰਧੀ ਰੰਜੇ ਮੰਡੀ ਲਾਹੌਰ ਵਿੱਚ ਹੋਏ ਦੀਵਾਨ ਵਿੱਚ ਇਸ ਦੀ ਪ੍ਰਤੀਨਿਧੀ ਸ਼ਾਮਲ ਸਨ। ਇਸ ਸਭਾ ਵਿੱਚ ਜਿਨ੍ਹਾਂ ਸੱਜਣਾਂ ਨੇ ਸੇਵਾ ਕੀਤੀ, ਉਹਨਾਂ ਵਿੱਚ ਸਰਦਾਰ ਭਗਵੰਤ ਸਿੰਘ ਪੁੱਤਰ ਸਰਦਾਰ ਬਹਾਦਰ ਭਾਈ ਕਾਹਨ ਸਿੰਘ ਨਾਭਾ ਆਦਿ ਸ਼ਾਮਲ ਹਨ। ਭਾਈ ਰਣਧੀਰ ਸਿੰਘ ਜੀ ਖਾਲਸਾ ਭੁਜੰਗੀ ਸਭਾ ਦੀ ਵਡਿਆਈ ਇਹਨਾਂ ਸ਼ਬਦਾਂ ਵਿੱਚ ਕੀਤੀ ਹੈ। ਇਸ ਤੋਂ ਸਹਿਜੇ ਹੀ ਇਸ ਨਿਰਣੇ ਤੇ ਪਹੁੰਚਿਆ ਜਾ ਸਕਦਾ ਹੈ ਕਿ ਮਾਲਵਾ ਖਾਲਸਾ ਹਾਈ ਸਕੂਲ ਅੰਦਰ ਪੜ੍ਹਦਿਆਂ ਕਰਤਾਰ ਸਿੰਘ ਸਰਾਭਾ ਦੇ ਸਿੱਖ ਸੰਸਕਾਰ ਦੀ ਨੀਂਹ ਨਿਸ਼ਚਿਤ ਤੌਰ ਤੇ ਹੋਰ ਮਜ਼ਬੂਤ ਹੋ ਗਈ ਸੀ। ਖਾਲਸਾ ਸਕੂਲ ਵਿੱਚ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਨ ਤੇ ਲਿਖਣ ਦੀ ਜਾਚ ਸਿਖਾਉਣ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ ਸੀ। ਕਰਤਾਰ ਸਿੰਘ ਨੂੰ ਇਸ ਸਿਖਲਾਈ ਦਾ ਲਾਭ ਇਹ ਹੋਇਆ ਕਿ ਅਮਰੀਕਾ ਵਿੱਚ ਜਦੋਂ ਪਾਰਟੀ ਨੇ ਆਪਣਾ ਪਰਚਾ ਗਦਰ ਪੰਜਾਬੀ ਵਿੱਚ ਛਾਪਣਾ ਸ਼ੁਰੂ ਕੀਤਾ ਤਾਂ ਉਹ ਇਸ ਦੀ ਲਿਖਤ ਪੜ੍ਹਤ ਦਾ ਸਾਰਾ ਕਾਰਜ ਉਹੀ ਕਰਦਾ ਰਿਹਾ। ਅਮਰੀਕਾ ਜਾਣ ਦਾ ਫੈਸਲਾ। ਉੜੀਸਾ ਤੋਂ 10ਵੀਂ ਪਾਸ ਕਰਨ ਉਪਰੰਤ ਭਾਈ ਕਰਤਾਰ ਸਿੰਘ ਸਰਾਭਾ ਨੇ ਅਮਰੀਕਾ ਜਾਣ ਦਾ ਮਨ ਬਣਾ ਲਿਆ ਸੀ। ਉਸ ਦੇ ਇਸ ਫੈਸਲੇ ਦੀ ਤਰਕਸ਼ੀਲ ਨਜ਼ਰੀਏ ਤੋਂ ਜੋ ਵਿਆਖਿਆ ਕੀਤੀ ਜਾਂਦੀ ਹੈ, ਉਸ ਅਨੁਸਾਰ ਉਹ ਅਮਰੀਕਾ ਜਾ ਕੇ ਉੱਚੀ ਵਿੱਦਿਆ ਹਾਸਲ ਕਰਨ ਦੀ ਇੱਛਾ ਰੱਖਦਾ ਸੀ। ਉਸ ਦੇ ਚੇਤਨ ਮਨ ਨੇ ਸ਼ਾਇਦ ਇਹੀ ਸੋਚਿਆ ਹੋਵੇਗਾ, ਪਰ ਉਸ ਦੇ ਜੀਵਨ ਦਾ ਸਮੁੱਚਾ ਘਟਨਾਕ੍ਰਮ ਦਰਸਾਉਂਦਾ ਹੈ ਕਿ ਜਿੱਥੇ ਉਸ ਦਾ ਚੇਤਨ ਮਨ ਉੱਚੀ ਵਿੱਦਿਆ ਹਾਸਲ ਕਰਕੇ ਉੱਚੇ ਅਹੁਦੇ ਤੇ ਪਹੁੰਚਣ ਦੀਆਂ ਤਰਕੀਬਾਂ ਕਰ ਰਿਹਾ ਸੀ, ਸ਼ਾਇਦ ਅਜਿਹੀ ਹੀ ਇਸੇ ਤਰਕੀਬ ਤਹਿਤ ਉਸਨੇ ਸਕੂਲ ਵਿੱਚ 2 ਜਮਾਤਾਂ ਦਾ ਛੜੱਪਾ ਮਾਰ ਕੇ ਅੱਗੇ ਲੰਘਣ ਦੀ ਨਜਾਇਜ਼ ਤੇ ਨਾਕਾਮ ਕੋਸ਼ਿਸ਼ ਕੀਤੀ ਹੋਵੇਗੀ। ਉੱਥੇ ਕੋਈ ਅੰਤਰੀ ਪ੍ਰੇਰਨਾ ਅਚੇਤ ਰੂਪ ਵਿੱਚ ਉਸ ਨੂੰ ਕਿਸੇ ਵੱਖਰੇ ਰਾਹ ਦੀ ਖਿੱਚ ਪਾ ਰਹੀ ਸੀ, ਜਿਸ ਕਰਕੇ ਅਮਰੀਕਾ ਪਹੁੰਚ ਕੇ ਵੀ ਉਸਨੇ ਥੋੜ੍ਹੇ ਚਿਰ ਬਾਅਦ ਹੀ ਪੜ੍ਹਾਈ ਕਰਨ ਦਾ ਖਿਆਲ ਤਿਆਗ ਦਿੱਤਾ ਅਤੇ ਪੜ੍ਹਾਈ ਕਰਨ ਦੀ ਥਾਂ ਉਸਨੇ ਆਪਣਾ ਅਸਲੀ ਰਾਹ ਚੁਣ ਲਿਆ ਸੀ। ਡਾਕਟਰ ਜਸਵੰਤ ਸਿੰਘ ਨੇਕੀ ਦਾ ਇਹ ਕਥਨ ਬਿਲਕੁਲ ਸੱਚ ਪ੍ਰਤੀਤ ਹੁੰਦਾ ਹੈ ਕਿ ਬੜੀ ਵਾਰ ਅਚੇਤਨ ਰੁਝਾਨ ਹੀ ਸਾਡੇ ਵਿਚਾਰ ਦਾ ਮੂਲ ਸਰੋਤ ਬਣਦੇ ਹਨ। ਖੈਰ ਕੁਝ ਵੀ ਹੋਵੇ, ਕਰਤਾਰ ਸਿੰਘ ਦੇ ਦਾਦੇ ਤੇ ਚਾਚਿਆਂ ਨੇ
ਚਾਚਿਆਂ ਨੂੰ ਉਸਦੀ ਅਮਰੀਕਾ ਜਾ ਕੇ ਉਚੇਰੀ ਵਿੱਦਿਆ ਲੈਣ ਦੀ ਤਰਵੀਜ ਜ਼ਰੂਰ ਪਸੰਦ ਆਈ ਹੋਵੇਗੀ, ਜਿਸ ਕਰਕੇ ਉਹਨਾਂ ਨੇ ਉਸ ਨੂੰ ਖੁਸ਼ੀ-ਖੁਸ਼ੀ ਤੋਰਨ ਦਾ ਫੈਸਲਾ ਕਰ ਲਿਆ। ਇਸ ਤਰ੍ਹਾਂ ਕਰਤਾਰ ਸਿੰਘ ਸਰਾਭਾ ਨੇ 1912 ਦੀਆਂ ਗਰਮੀਆਂ